ਉਪਦੇਸ਼ ਨੂੰ ਗੁਰੂ ਕੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠ ਕੇ ਬੜੇ ਟਿਕਾਊ ਇਕਾਗਰਤਾ ਦੇ ਨਾਲ ਗੁਰ ਉਪਦੇਸ਼ ਨੂੰ ਸਰਵਣਿਆ ਹੈ। ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਗੁਰ ਉਪਦੇਸ਼ ਨੂੰ ਗੁਰੂ ਰਹਿਮਤ ਸਦਕਾ ਰਲ ਮਿਲ ਕੇ ਵਿਚਾਰੀਏ ਸਮਝੀਏ ਜੀ। ਸੋਹੇ ਮਹੱਲਾ ਪੰਜਵਾਂ, ਅੱਜ ਦਾ ਪਾਵਨ ਉਪਦੇਸ਼। ਸੋਹੇ ਰਾਗ ਦੇ ਅੰਦਰ ਮਹੱਲਾ ਪੰਜਵਾਂ ਭਾਵ ਪੰਚਮ ਸ਼ਹਿਨਸ਼ਾਹ, ਪੰਚਮ ਗੁਰਦੇਵ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 738 ਅੰਕ ਤੇ ਸੁਭਾਏਮਾਨ ਕੀਤਾ ਹੈ। ਸੋ ਦਾਤਾ ਜੀ ਕੀ ਰਹਿਮਤ ਵਰਸਾਰੇ ਨੇ। ਆਓ ਭਾਵਨਾ ਦੇ ਨਾਲ ਰਹਾਉ ਵਾਲੇ ਬੰਦ ਤੋਂ ਸਮਝੀਏ ਜੀ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹਮ ਵਾਰੇ। ਸਤਿਗੁਰੂ ਜੀ ਰੱਬ ਜੀ ਦੀ ਵਡਿਆਈ ਕਰਦੇ ਹੋਏ ਕਹਿ ਰਹੇ ਨੇ, ਲਾਲ ਰੰਗੀਲੇ, ਇਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਾਰੇ ਰੰਗਾਂ ਦੇ ਵਿੱਚ ਵਰਤਣ ਵਾਲੇ, ਸੰਸਾਰ ਦੇ ਰਸਾਂ ਦੇ ਵਿੱਚ ਵਰਤਣ ਵਾਲੇ ਮੇਰੇ ਪ੍ਰੀਤਮ ਹੋ ਤੁਸੀਂ। ਤੁਸੀਂ ਮੇਰੇ ਮਨ ਨੂੰ ਰੰਗਣ ਵਾਲੇ ਹੋ। ਤੁਸੀਂ ਸੰਸਾਰ ਦਾ ਉਹ ਰਸ ਹੋ, ਮਨ ਮੋਹਨ ਭਾਵ ਮਨ ਨੂੰ ਮੋਹਣ ਵਾਲੇ ਹੋ। ਤੁਹਾਡੀ ਬਾਣੀ ਨੇ, ਤੁਹਾਡੇ ਬੋਲਾਂ ਨੇ ਮੇਰੇ ਮਨ ਨੂੰ ਅੰਦਰੋਂ ਮੋਹ ਲਿਆ ਹੈ। ਤੇ ਸਾਹਿਬ ਕਹਿ ਰਹੇ ਹਨ, ਤੇਰੇ ਦਰਸ਼ਨ ਕੋ ਹਮ ਵਾਰੇ। ਮੈਂ ਤੇਰੇ ਦਰਸ਼ਨ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ, ਸਦਕੇ ਜਾਵਾਂ, ਕਿਉਂਕਿ ਤੇਰੇ ਦਰਸ਼ਨਾਂ ਤੋਂ ਮੈਂ ਆਪਣੇ ਆਪ ਨੂੰ ਨਿਸ਼ਾਵਰ ਕਰ ਦਿਆਂ। ਤੇਰੇ ਦਰਸ਼ਨਾਂ ਤੋਂ ਵੱਡਾ ਮੇਰੇ ਵਾਸਤੇ ਕੁਝ ਵੀ ਨਹੀਂ। ਕਿਉਂਕਿ ਭਾਗਾਂ ਵਾਲਿਓ, ਜਿਸ ਨੇ ਅੰਦਰੋਂ ਬਿਰਤੀ ਗੁਰੂ ਨੂੰ ਬਣਾ ਲਈ, ਬਿਰਤੀ ਗੁਰੂ ਦੇ ਚਰਨਾਂ ਦੇ ਵਿੱਚ ਜੋੜ ਲਈ, ਤੇ ਫਿਰ ਉਸ ਵਾਸਤੇ ਦਰਸ਼ਨਾਂ ਤੋਂ ਵੱਡਾ ਸੰਸਾਰ ਤੇ ਕੁਝ ਨਹੀਂ। ਬੰਦਾ ਸੰਸਾਰ ਦੇ ਰਸਾਂ ਨੂੰ ਤੱਕਦਾ ਹੈ, ਕਿਉਂਕਿ ਸੰਸਾਰਕ ਧਨ ਨੂੰ ਬੰਦਾ ਤੱਕੇਗਾ ਤੇ ਬੰਦਾ ਕਹਿ ਦਿੰਦਾ ਹੈ ਮਾਇਆ ਹੋਵੇਗੀ ਸੁਖਾਲੇ ਹੋਵਾਂਗੇ। ਪਰ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ, ਰੱਬ ਜੀ ਨੂੰ ਧਿਆਉਣ ਵਾਲਾ ਕਹਿੰਦਾ ਹੈ ਰੱਬ ਦਾ ਨਾਮ ਹੋਵੇਗਾ ਤਾਂ ਸੁਖਾਲਾ ਹੋਵਾਂਗਾ। ਕਿਉਂਕਿ ਗੁਰਮੁਖੋ ਸੰਸਾਰਕ ਰਸਾਂ ਵਾਸਤੇ, ਸੰਸਾਰ ਦੇ ਗੁਜ਼ਾਰੇ ਵਾਸਤੇ ਮਾਇਆ ਵੀ ਜ਼ਰੂਰੀ ਹੈ, ਪਦਾਰਥ ਵੀ ਜ਼ਰੂਰੀ ਨੇ। ਪਰ ਸਤਿਗੁਰਾਂ ਦੀ ਬਾਣੀ ਕਹਿ ਰਹੀ ਹੈ ਸਭ ਤੋਂ ਜ਼ਿਆਦਾ ਜ਼ਰੂਰੀ, ਸਭ ਤੋਂ ਜ਼ਿਆਦਾ ਕੀਮਤੀ ਰੱਬ ਜੀ ਦਾ ਨਾਮ ਹੈ। ਕਿਉਂਕਿ ਭਾਗਾਂ ਵਾਲਿਓ, ਸਰੀਰ ਵਾਰ-ਵਾਰ ਨਹੀਂ ਮਿਲਣਾ। ਪਤਾ ਨਹੀਂ ਕਿੰਨੀਆਂ ਕੁ ਜੂਨਾਂ ਵਿੱਚ ਦੀ, ਲੱਖਾਂ ਕਰੋੜਾਂ ਜੂਨਾਂ ਵਿੱਚ ਦੀ ਹੁੰਦਾ ਹੋਇਆ ਮਨੁੱਖਾ ਸਰੀਰ ਤੱਕ ਪਹੁੰਚਿਆ ਹੈ। ਕਦੀ ਪਸ਼ੂ ਬਣਿਆ, ਕਦੀ ਸੱਪ ਬਣਿਆ, ਕਦੀ ਕੁੱਤਾ ਬਣਿਆ, ਕਦੀ ਪੇੜ ਬਣਿਆ, ਕਦੀ ਪਹਾੜ ਬਣਿਆ। ਸਤਿਗੁਰਾਂ ਨੇ ਕਹਿ ਦਿੱਤਾ ਕਈ ਜਨਮ ਸੈਲ ਗਿਰ ਕਰਿਆ। ਬੰਦਾ ਕਈ ਜਨਮ ਪੱਥਰ ਬਣਿਆ ਰਿਹਾ। ਕਿਉਂਕਿ ਗੁਰਮੁਖੋ ਗੁਰੂ ਦੀ ਬਾਣੀ ਕਹਿ ਰਹੀ ਹੈ ਪੱਥਰਾਂ ਦੇ ਵਿੱਚ ਵੀ ਜਾਨ ਹੈ, ਇਹ ਵੀ ਇੱਕ ਜੂਨ ਹੈ। ਕਿਉਂਕਿ ਤੁਸੀਂ ਵੇਖਿਆ ਹੋਵੇਗਾ ਪੱਥਰਾਂ ਦਾ ਆਕਾਰ ਵੱਧਦਾ ਘਟਦਾ ਰਹਿੰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਦਰਖਤ ਬੜਾ ਲੰਮਾ ਸਮਾਂ ਲੱਗਿਆ ਰਹਿੰਦਾ ਹੈ। ਇਸੇ ਤਰ੍ਹਾਂ ਭਾਗਾਂ ਵਾਲਿਓ ਬੜੀਆਂ ਲੰਮੀਆਂ ਜੂਨਾਂ ਮਨੁੱਖ ਨੇ ਗੁਜ਼ਾਰ ਲਈਆਂ। ਕਿਉਂਕਿ ਸੱਪ ਦੀ ਉਮਰ ਲੱਖਾਂ ਸਾਲਾਂ ਦੀ ਹੈ ਤੇ ਕਾਂ ਦੀ ਉਮਰ ਵੀ ਬੜੀ ਲੰਮੀ ਹੈ। ਸਾਹਿਬ ਕਹਿ ਰਹੇ ਹਨ ਇਸੇ ਤਰ੍ਹਾਂ ਬੰਦੇ ਨੇ ਅਨੇਕਾਂ ਜੂਨੀਆਂ ਦੇ ਵਿੱਚ ਦੀ ਹੁੰਦਾ ਹੋਇਆ ਮਨੁੱਖਾ ਸਰੀਰ ਤੱਕ ਆਇਆ ਹੈ। ਪਤਾ ਨਹੀਂ ਅੱਗੇ ਸਰੀਰ ਮਿਲੇ ਜਾਂ ਨਾ ਮਿਲੇ। ਤੇ ਇਸ ਲਈ ਇਸ ਸਮੇਂ ਨੂੰ ਸਫਲ ਬਣਾ ਲਈਏ। ਸੰਸਾਰਕ ਪਦਾਰਥਾਂ ਤੋਂ ਜ਼ਿਆਦਾ ਜ਼ਰੂਰੀ, ਸੰਸਾਰਕ ਰਸਾਂ ਤੋਂ ਜ਼ਿਆਦਾ ਜ਼ਰੂਰੀ, ਸੰਸਾਰਕ ਚੀਜ਼ਾਂ ਤੋਂ ਜ਼ਿਆਦਾ ਜ਼ਰੂਰੀ ਸਾਹਿਬ ਕਹਿ ਰਹੇ ਹਨ ਰੱਬ ਜੀ ਦਾ ਨਾਮ ਹੈ।
ਇਹ ਬੰਦੇ ਗੁਰੂ के नाम ਨੂੰ ਸੰਭਾਲ ਲੈ। ਜੀਵਨ ਵਿੱਚ ਠੋਕਰਾਂ ਨਹੀਂ ਖਾਵੇਂਗਾ, ਜੀਵਨ ਦੀ ਬਾਜੀ ਜਿੱਤ ਲਵੇਂਗਾ, ਸੰਸਾਰ ਦੇ ਵਿੱਚ ਖੁਆਰ ਨਹੀਂ ਹੋਵੇਂਗਾ, ਖੱਜਲ ਨਹੀਂ ਹੋਵੇਂਗਾ। ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ, ਤੇਰੇ ਦਰਸ਼ਨ ਕੋ ਹਮ ਵਾਰੇ, ਤੂੰ ਮੇਰੇ ਮਨ ਅੰਦਰ ਵਸ ਗਿਆ, ਮੈਂ ਤੇਰੇ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਸਦਕੇ ਹਾਂ ਜੀ। ਰਹਾਉ ਤੋਂ ਭਾਵ ਰੁਕਣਾ, ਵਿਚਾਰਨਾ, ਸਮਝਣਾ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹ ਨਿਰਗੁਣ ਕੇ ਦਾਤਾਰੇ। ਪਾਤਸ਼ਾਹ ਜੀ ਕਹਿ ਰਹੇ ਨੇ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਰਣਨ ਕਰਾਂ, ਕਿਹੜੇ ਕਿਹੜੇ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਵਸਾਵਾਂ, ਕਿਉਂਕਿ ਅਨੇਕਾਂ ਗੁਣ ਨੇ। ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਤੇਰੇ ਗੁਣਾਂ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤੁਸੀਂ ਗੁਣਾਂ ਦੇ ਦਾਤੇ ਹੋ ਤੇ ਮੈਂ ਗੁਣਹੀਨ ਹਾਂ। ਇਸ ਲਈ ਕਿਆ ਗੁਣ ਤੇਰੇ ਸਾਰ ਸੰਭਾਲੇ, ਮੋਹ ਨਿਰਗੁਣ ਕੇ ਦਾਤਾਰੇ। ਮੇਰੇ ਗੁਣਹੀਨ ਦੇ ਦਾਤੇ ਹੋ ਤੁਸੀਂ। ਸਤਿਗੁਰੂ ਜੀ ਕਹਿ ਰਹੇ ਹਨ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਸੰਭਾਲਾਂ, ਕਿਹੜੇ ਕਿਹੜੇ ਗੁਣਾਂ ਨੂੰ ਹਿਰਦੇ ਅੰਦਰ ਵਸਾਵਾਂ, ਕਿਉਂਕਿ ਤੁਸੀਂ ਗੁਣਾਂ ਦੇ ਸੁੱਖਾਂ ਦੇ ਸਾਗਰ ਹੋ। ਤੇ ਇਸ ਲਈ ਸਤਿਗੁਰਾਂ ਨੇ ਅੱਗੇ ਕਹਿ ਦਿੱਤਾ, ਬੈ ਖਰੀਦ ਹੇ ਰੱਬ ਜੀ, ਮੈਂ ਤੇਰਾ ਖਰੀਦਿਆ ਹੋਇਆ ਸੇਵਕ ਹਾਂ, ਮੈਂ ਤੇਰਾ ਖਰੀਦਿਆ ਹੋਇਆ ਗੁਲਾਮ ਹਾਂ, ਗੋਲਾ ਹਾਂ। ਸਭ ਕਹਿ ਰਹੇ ਹਨ, ਨਾਨਕ ਘਰ ਕੇ ਗੋਲੇ, ਮੈਂ ਤੇਰੇ ਦਰ ਦਾ ਗੋਲਾ ਹਾਂ, ਮੈਂ ਤੇਰਾ ਖਰੀਦਿਆ ਹੋਇਆ ਹਾਂ। ਤੇ ਤੇਰੇ ਜਿਸ ਦਾ ਖਰੀਦਿਆ ਹੋਵੇ ਗੁਰਮੁਖੋ, ਨੌਕਰ ਚਲਾਕੀ ਵੀ ਨਹੀਂ ਕਰ ਸਕਦਾ। ਸਭ ਕਹਿ ਰਹੇ ਹਨ, ਬੈ ਖਰੀਦ ਕਿਆ ਕਰੇ ਚੁਤਰਾਈ, ਮੈਂ ਤੇਰਾ ਨੌਕਰ ਹਾਂ ਦਾਤਾ ਜੀ, ਮੈਂ ਤੇਰੇ ਨਾਲ ਚੁਤਰਾਈਆਂ ਨਹੀਂ ਕਰ ਸਕਦਾ। ਇਹੋ ਜੀਓ ਪਿੰਡ ਸਭ ਤਾਰੇ, ਇਹ ਜਿੰਦ ਤੇਰੀ ਹੈ। ਸਭ ਕਹਿ ਰਹੇ ਹਨ, ਇਹੋ ਜੀਓ ਪਿੰਡ ਸਭ ਥਾਰੇ, ਇਹ ਜਿੰਦ ਤੇਰੀ ਹੈ। ਪਿੰਡ ਤੋਂ ਭਾਵ ਇਹ ਸਰੀਰ ਤੇਰਾ ਹੈ, ਜੀਓ ਤੋਂ ਭਾਵ ਜਿਹੜੀ ਇਹ ਸਰੀਰ ਅੰਦਰ ਆਤਮਾ ਹੈ, ਸਵਾਸ ਨੇ, ਉਹ ਜਿੰਦ ਹੈ, ਉਹ ਰੱਬ ਜੀ ਦੇ ਦਿੱਤੇ ਹੋਏ ਨੇ। ਪਿੰਡ ਸਤਿਗੁਰਾਂ ਨੇ ਇਸ ਸਰੀਰ ਨੂੰ ਕਿਹਾ, ਇਸ ਕਾਇਆ ਨੂੰ ਕਿਹਾ, ਸਭ ਥਾਰੇ, ਸਭ ਕੁਝ ਦਿੱਤਾ ਹੋਇਆ ਤੇਰਾ ਹੈ। ਕੋਈ ਮਨੁੱਖ ਤੇ ਇਸ ਸਰੀਰ ਦਾ ਗੁਮਾਨ ਕਰੀ ਜਾਵੇਗਾ, ਕੋਈ ਮਨੁੱਖ ਸੁੰਦਰਤਾ ਦਾ ਗੁਮਾਨ ਕਰੀ ਜਾਵੇਗਾ, ਕੋਈ ਮਨੁੱਖ ਵਿਦਵਤਾ ਦਾ ਗੁਮਾਨ ਕਰੀ ਜਾਵੇਗਾ, ਕੋਈ ਮਨੁੱਖ ਸਰੀਰਕ ਬਲ ਦਾ ਗੁਮਾਨ ਕਰੀ ਜਾਵੇਗਾ। ਸਰੀਰ ਬੜਾ ਤਗੜਾ ਹੈ, ਸਰੀਰ ਦੇ ਅੰਦਰ ਜਾਨ ਬੜੀ ਹੈ, ਮੈਂ ਬਲਵਾਨ ਬੜਾ ਹਾਂ। ਕੋਈ ਕਹਿੰਦਾ ਹੈ ਮੈਨੂੰ ਗਿਆਨ ਬੜਾ ਹੈ, ਸਮਝ ਬੜੀ ਹੈ, ਕੋਈ ਕਹਿੰਦਾ ਹੈ ਮੈਂ ਸੁੰਦਰ ਬੜਾ ਹਾਂ। ਸਤਿਗੁਰੂ ਜੀ ਕਹਿ ਰਹੇ ਹਨ, ਸਾਰੇ ਦੇ ਸਾਰੇ ਗੁਮਾਨ ਧਰੇ ਧਰਾਏ ਰਹਿ ਜਾਣਗੇ, ਸੰਸਾਰ ਤੇ ਰਹਿ ਜਾਣਗੇ, ਕੁਝ ਵੀ ਨਾਲ ਨਹੀਂ ਜਾਵੇਗਾ, ਨਾਲ ਜਾਵੇਗਾ ਕੇਵਲ ਤੇ ਕੇਵਲ ਰੱਬ ਜੀ ਦਾ ਨਾਮ। ਇਸ ਲਈ ਸਤਿਗੁਰਾਂ ਨੇ ਕਹਿ ਦਿੱਤਾ, ਬੈ ਖਰੀਦ ਕਿਆ ਕਰੇ ਚੁਤਰਾਈ। ਵੇਖੋ ਜਿਹੜਾ ਚੁਤਰਾਈਆਂ ਕਰਦਾ ਹੈ, ਤੇ ਗੁਰੂ ਨੇ ਚਤੁਰਾਈਆਂ ਵਾਲੇ ਨੂੰ ਕਿਹਾ, ਕੀ ਕਿਹਾ? ਦਸਮ ਗੁਰਦੇਵ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ ਜਾਂਦੇ ਨੇ, ਫਿਰੋਜ਼ਪੁਰ ਤੋਂ 2 ਕਿਲੋਮੀਟਰ ਪਿੱਛੇ ਫੌਜੀ ਕੈਂਟ ਆਉਂਦਾ ਹੈ, ਤੇ ਗੁਰਮੁਖੋ ਖੱਬੇ ਪਾਸੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਾਮਣੀ ਸਾਹਿਬ। ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਸੀ, ਉਦੋਂ ਇਹ ਸਾਰਾ ਜੰਗਲ ਬੀਆਬਾਨ ਸੀ। ਸਤਿਗੁਰੂ ਜੀ ਇਸ ਜਗ੍ਹਾ ਤੇ ਬੈਠੇ, ਇਸ ਜਗ੍ਹਾ ਤੇ ਬੈਠ ਕੇ ਜੋ ਸਤਿਗੁਰਾਂ ਦੇ ਮੋਢੇ ਤੇ ਬਾਜ ਸੀ, ਸਤਿਗੁਰਾਂ ਨੇ ਉਹ ਬਾਜ ਛੱਡ ਦਿੱਤਾ। ਸਾਹਮਣੇ ਇੱਕ ਤਿੱਤਰ ਉੱਡਿਆ ਫਿਰਦਾ ਹੈ। ਗੁਰੂ ਨੇ ਕਹਿ ਦਿੱਤਾ, ਉਸ ਤਿੱਤਰ ਨੂੰ ਸਤਿਗੁਰਾਂ ਨੇ ਕਹਿ ਬਾਜ ਨੂੰ ਕਿਹਾ, ਇਸ ਤਿੱਤਰ ਨੂੰ ਪਕੜੋ। ਇਸ ਤਿੱਤਰ ਨੂੰ ਗੁਰਮੁਖੋ ਗੁਰੂ ਦਾ ਹੁਕਮ ਮੰਨ ਕੇ ਬਾਜ ਪਕੜਨ ਵਾਸਤੇ ਚੱਲ ਪਿਆ। ਬਾਜ ਉਸ ਤਿੱਤਰ ਦੇ ਮਗਰ ਭੱਜਿਆ ਤੇ ਗੁਰਮੁਖੋ ਉਡਾਰੀ ਲਾਈ, ਵੱਡੀ ਲੰਮੀ ਚੁੰਝ ਮਾਰ ਕੇ ਉਸ ਬਾਜ ਨੂੰ ਧਰਤੀ ਤੇ ਸੁੱਟ ਲਿਆ। ਫਿਰ ਚੁੰਝਾਂ ਮਾਰ ਮਾਰ ਕੇ ਤੜਫਾ ਕੇ ਮਾਰਿਆ। ਜਦੋਂ ਉਹ ਤਿੱਤਰ ਮਰ ਗਿਆ ਤੇ ਬਾਜ ਨੇ ਉਹ ਤਿੱਤਰ ਖਾਧਾ ਨਹੀਂ। ਫਿਰ ਗੁਰੂ ਕੇ ਆ ਕੇ ਮੋਢੇ ਤੇ ਬੈਠ ਗਿਆ। ਤੇ ਭਾਗਾਂ ਵਾਲਿਓ, ਜਦੋਂ ਉਹ ਤਿੱਤਰ ਮਰਿਆ, ਸਤਿਗੁਰਾਂ ਨੇ ਕਿਹਾ, ਟੋਆ ਪੁੱਟੋ, ਇਸ ਤਿੱਤਰ ਨੂੰ ਵੱਡੇ ਅਦਬ ਦੇ ਨਾਲ, ਵੱਡੇ ਸਤਿਕਾਰ ਦੇ ਨਾਲ ਦਫਨਾ ਦਿਓ।
ਸਿੱਖ ਕਹਿਣ ਲੱਗੇ ਮਹਾਰਾਜ ਸਮਝ ਨਹੀਂ ਆਈ, ਪਹਿਲੋਂ ਜੇ ਇਸ ਤਿੱਤਰ ਨੂੰ ਇਤਨੇ ਅਦਬ ਨਾਲ ਸਤਕਾਰ ਦੇ ਨਾਲ ਦਫਨਾਉਣਾ ਸੀ, ਫਿਰ ਮਰਵਾਇਆ ਕਿਉਂ? ਫਿਰ ਇਸ ਤਿੱਤਰ ਦੀ ਜਾਨ ਕਿਉਂ ਤੁਸੀਂ ਗਵਾਈ? ਸਤਿਗੁਰੂ ਜੀ ਕਹਿਣ ਲੱਗੇ ਸਿੱਖੋ, ਇਹ ਤਿੱਤਰ ਪੁਰਾਣੇ ਸਮੇਂ ਪੁਨਰ ਜਨਮ ਦੇ ਵਿੱਚ ਪੁਰਾਣੇ ਸਮੇਂ ਸਾਡਾ ਸਿੱਖ ਸੀ, ਤੇ ਜੋ ਇਹ ਮੇਰੇ ਮੋਢੇ ਤੇ ਬੈਠਾ ਹੋਇਆ ਬਾਜ ਹੈ, ਸਤਿਗੁਰੂ ਜੀ ਕਹਿ ਰਹੇ ਹਨ ਇੱਕ ਬਾਣੀਆ ਹੈ, ਇੱਕ ਸ਼ਾਹੂਕਾਰ ਹੈ, ਇਹ ਸਾਡਾ ਸਿੱਖ ਨਹੀਂ ਹੈ। ਤੇ ਸਤਿਗੁਰਾਂ ਨੂੰ ਕਹਿਣ ਲੱਗੇ ਦਾਤਾ ਜੀ ਅਜਬ ਖੇਡ ਹੈ, ਜੋ ਬਾਣੀਆ ਹੈ ਜਿਸ ਨੇ ਤੁਹਾਡੇ ਨਾਮ ਨੂੰ ਧਿਆਇਆ ਨਹੀਂ, ਜੋ ਸ਼ਾਹੂਕਾਰ ਹੈ ਉਸ ਨੂੰ ਤੁਸੀਂ ਮੋਢੇ ਤੇ ਬਿਠਾਇਆ ਹੈ। ਸਤਿਗੁਰੂ ਜੀ ਕਹਿਣ ਲੱਗੇ ਇਹ ਸਾਡੇ ਮੋਢੇ ਤੇ ਬੈਠਾ ਹੈ, ਇਸ ਨੂੰ ਆਪਣਾ ਖਾਣਾ ਖਿਲਾਉਣੇ ਹਾਂ, ਇਸ ਨੂੰ ਆਪਣੇ ਪਾਸ ਰੱਖਦੇ ਹਾਂ। ਤੇ ਸਿੱਖ ਕਹਿਣ ਲੱਗੇ ਦਾਤਾ ਜੀ ਜੋ ਤੁਹਾਡਾ ਸਿੱਖ ਨਹੀਂ, ਇਸ ਨੂੰ ਤੁਸੀਂ ਪਾਸ ਰੱਖਦੇ ਹੋ, ਜੋ ਤੁਹਾਡਾ ਸਿੱਖ ਹੈ ਉਸ ਨੂੰ ਤੁਸੀਂ ਮਰਵਾ ਦਿੱਤਾ। ਤਿੱਤਰ ਜੂਨ ਦੇ ਵਿੱਚ ਪੈ ਗਿਆ, ਤੁਸੀਂ ਬਾਜ ਤੋਂ ਬੜੇ ਕਠਿਨ ਤਰੀਕੇ ਦੇ ਨਾਲ ਮਰਵਾ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਸਿੱਖੋ, ਇਹ ਵੀ ਪੁਰਾਣਾ ਹਿਸਾਬ ਇੱਕ ਬਾਕੀ ਸੀ। ਇਹ ਜੋ ਬਾਣੀਆ ਹੈ ਪੁਰਾਣੇ ਸਮੇਂ ਦੇ ਵਿੱਚ ਇਸ ਜੋ ਤਿੱਤਰ ਬਣਿਆ ਹੋਇਆ ਗੁਰਸਿੱਖ ਹੈ, ਇਸ ਸਿੱਖ ਨੇ ਇਸ ਬਾਣੀਏ ਤੋਂ ਵਿਆਜੂ ਪੈਸੇ ਲਏ ਸਨ। ਵਿਆਜੂ ਪੈਸੇ ਲਏ, ਨਾ ਵਿਆਜ ਭਰਿਆ, ਨਾ ਇਸ ਦੇ ਪੈਸੇ ਮੋੜੇ, ਨਾ ਇਸ ਦਾ ਮੂਲ ਮੋੜਿਆ। ਇਸ ਜਿੱਥੇ ਇਹ ਰਹਿੰਦਾ ਸੀ ਉਸ ਨਗਰ ਦੇ ਵਿੱਚੋਂ ਘਰ-ਬਾਰ ਛੱਡ ਕੇ ਭੱਜ ਗਿਆ, ਪੈਸੇ ਖਾ ਗਿਆ, ਘਰ-ਬਾਰ ਛੱਡ ਕੇ ਪਿੰਡ ਬਦਲ ਦਿੱਤਾ, ਜਗ੍ਹਾ ਬਦਲ ਦਿੱਤੀ। ਮੈਨੂੰ ਕਿਹੜਾ ਕੋਈ ਹੁਣ ਪਕੜੇਗਾ? ਤੇ ਗੁਰਮੁਖੋ ਇਸ ਬਾਣੀ ਨੂੰ ਕਈ ਸਾਲਾਂ ਬਾਅਦ ਬੜੇ ਲੰਮੇ ਸਮੇਂ ਬਾਅਦ ਪਤਾ ਚੱਲਿਆ ਉਹ ਸਿੱਖ ਫਲਾਨੀ ਜਗ੍ਹਾ ਰਹਿੰਦਾ ਹੈ। ਕਿਸੇ ਨੇ ਦੱਸ ਦਿੱਤਾ ਜਿਸ ਨੇ ਤੁਹਾਡੇ ਤੋਂ ਪੈਸੇ ਲਏ ਸਨ ਫਲਾਣੇ ਪਿੰਡ ਫਲਾਣੇ ਘਰ ਦੇ ਕੋਲ ਰਹਿੰਦਾ ਹੈ। ਬਾਣੀਆ ਗਿਆ, ਉਸ ਬਾਣੀਏ ਨੇ ਉਸ ਸਿੱਖ ਦੇ ਘਰ ਗਿਆ, ਸਿੱਖ ਨੂੰ ਗੁਰਮੁਖੋ ਇਕੱਠਿਆਂ ਪਿੰਡ ਦੇ ਲੋਕਾਂ ਨੂੰ ਇਕੱਠਿਆਂ ਕਰ ਲਿਆ, ਪੰਚਾਇਤ ਬੁਲਾ ਲਈ, ਪਿੰਡ ਦੇ ਮੋਹਤਵਾਰ ਬੰਦੇ ਆਏ। ਉਸ ਬਾਣੀ ਨੇ ਕਿਹਾ ਮੈਂ ਇਸ ਤੋਂ ਪੈਸੇ ਲੈਣੇ ਨੇ, ਮੈਨੂੰ ਇਸ ਨੇ ਪੈਸੇ ਨਹੀਂ ਦਿੱਤੇ, ਮੇਰੇ ਪੈਸੇ ਵੀ ਦੱਬ ਲਏ ਅਤੇ ਮੇਰਾ ਵਿਆਜ ਵੀ ਨਹੀਂ ਮੋੜਿਆ ਤੇ ਪਿੰਡ ਛੱਡ ਕੇ ਭੱਜ ਆਇਆ। ਤੇ ਗੁਰਮੁਖੋ ਉਹ ਬਾਣੀਆ ਉਹ ਸਿੱਖ ਕਹਿਣ ਲੱਗਾ ਮੈਂ ਤੇਰੇ ਹੁਣ ਤੇ ਮੇਰੇ ਪਾਸ ਪੈਸੇ ਨਹੀਂ, ਮੈਂ ਤੇਰੇ ਥੋੜੇ ਥੋੜੇ ਕਰਕੇ ਪੈਸੇ ਮੋੜ ਦਿਆਂਗਾ, ਥੋੜੇ ਮਹੀਨਿਆਂ ਵਿੱਚ ਤੁਹਾਡੇ ਪੈਸੇ ਮੋੜ ਦਿਆਂਗਾ, ਤੁਸੀਂ ਮੈਨੂੰ ਥੋੜਾ ਜਿਹਾ ਸਮਾਂ ਦਿਓ। ਤੇ ਗੁਰਮੁਖੋ ਉਹ ਕਹਿਣ ਲੱਗਾ ਤੇਰੀ ਜਾਮਨੀ ਕੌਣ ਭਰੇਗਾ? ਬਾਣੀਏ ਨੇ ਕਿਹਾ ਤੇਰੀ ਜਾਮਨੀ ਕੌਣ ਦੇਵੇਗਾ, ਅਗਵਾਈ ਕੌਣ ਦੇਵੇਗਾ? ਤੇ ਪਿੰਡ ਦੇ ਲੋਕਾਂ ਨੇ ਕਿਸੇ ਨੇ ਅਗਵਾਈ ਨਹੀਂ ਦਿੱਤੀ, ਕਿਉਂਕਿ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਚੋਰ ਦੀ ਹਾਮੀ, ਡਿਫਾਲਟਰ ਬੰਦਿਆਂ ਦੀ ਹਾਮੀ ਗੁਰਮੁਖੋ ਕੋਈ ਨਹੀਂ ਦਿੰਦਾ, ਕਿਸੇ ਨੇ ਹਾਂ ਨਹੀਂ ਕੀਤੀ। ਉਹ ਸਿੱਖ ਕਹਿਣ ਲੱਗਾ ਤੂੰ ਕੋਈ ਮੇਰੀ ਹਾਮੀ ਨਹੀਂ ਭਰਦਾ ਤੇ ਮੈਂ ਆਪਣੇ ਗੁਰੂ ਦੀ ਜਾਮਨੀ ਤੈਨੂੰ ਦਿੰਦਾ ਹਾਂ, ਮੈਂ ਆਪਣੇ ਗੁਰੂ ਦਾ ਵਾਸਤਾ ਤੈਨੂੰ ਦਿੰਦਾ ਹਾਂ। ਤੇ ਗੁਰਮੁਖੋ ਗੁਰੂ ਦੀ ਵਡਿਆਈ ਉਸ ਬਾਣੀਏ ਨੇ ਵੀ ਸੁਣੀ ਸੀ, ਬਾਣੀਆ ਵੀ ਸਤਿਕਾਰ ਕਰਦਾ ਸੀ। ਕਹਿਣ ਲੱਗਾ ਤੇਰੀ ਕਿਸੇ ਨੇ ਅਗਵਾਈ ਨਹੀਂ ਦਿੱਤੀ, ਤੂੰ ਆਪਣੇ ਗੁਰੂ ਦੀ ਜਾਮਨੀ ਦਿੰਦਾ ਹੈ। ਕਹਿੰਦਾ ਜੀ ਮੈਂ ਆਪਣੇ ਗੁਰੂ ਦੀ ਜਾਮਨੀ ਦਿੰਦਾ ਹਾਂ, ਤੇਰੇ ਪੈਸੇ ਮੋੜ ਦਿਆਂਗਾ। ਤੇ ਭਾਗਾਂ ਵਾਲਿਓ ਥੋੜੇ ਸਮੇਂ ਬਾਅਦ ਉਹ ਬਾਣੀਆ ਚਲੋ ਚਲਾ ਗਿਆ। ਕਹਿਣ ਲੱਗਾ ਜੇ ਤੂੰ ਆਪਣੇ ਗੁਰੂ ਦੀ ਜਾਮਨੀ ਦਿੰਦਾ ਹੈ, ਗੁਰੂ ਦਾ ਵਾਸਤਾ ਦਿੰਦਾ ਹੈ ਤੇ ਮੈਂ ਚਲਾ ਜਾਣਾ ਹਾਂ, ਪੈਸੇ ਥੋੜੇ ਸਮੇਂ ਵਿੱਚ ਮੋੜ ਦੇਵੀਂ। ਥੋੜੇ ਸਮੇਂ ਬਾਅਦ ਉਹ ਬਾਣੀਆ ਬਜ਼ੁਰਗ ਸੀ, ਉਮਰਾਂ ਵੱਡੀ ਸੀ, ਥੋੜੇ ਸਮੇਂ ਬਾਅਦ ਚੜ੍ਹਾਈ ਕਰ ਗਿਆ। ਕੁਝ ਸਾਲਾਂ ਬਾਅਦ ਚੜ੍ਹਾਈ ਕੀਤਾ, ਚੜ੍ਹਾਈ ਕਰਨ ਤੋਂ ਬਾਅਦ ਸਿੱਖ ਨੇ ਸੋਚਿਆ ਚਲੋ ਮੇਰੇ ਪੈਸੇ ਬਚ ਗਏ, ਹੁਣ ਤੇ ਉਹ ਬਾਣੀਆ ਵੀ ਮਰ ਗਿਆ ਹੈ। ਇਹ ਸਿੱਖ ਵੀ ਥੋੜੇ ਸਮੇਂ ਬਾਅਦ ਆਪਣੀ ਆਰਬਲਾ ਪੂਰੀ ਕਰਕੇ ਚੜ੍ਹਾਈ ਕਰ ਗਿਆ, ਦੁਨੀਆ ਤੋਂ ਚਲਾ ਗਿਆ। ਜਦ ਦੁਨੀਆ ਤੋਂ ਚਲਾ ਗਿਆ ਇਹ ਸਿੱਖ ਤਿੱਤਰ ਦੀ ਜੂਨ ਵਿੱਚ ਪਿਆ ਤੇ ਇਹ ਜੋ ਬਾਣੀਆ ਸੀ ਬਾਜ ਦੀ ਜੂਨ ਵਿੱਚ ਪਿਆ। ਇਹ ਬਾਣੀਆ ਬਾਜ ਦੀ ਜੂਨ ਵਿੱਚ ਪਿਆ। ਸਤਿਗੁਰਾਂ ਦੇ ਪਾਸ ਗੁਰੂ ਨੇ ਇਸ ਨੂੰ ਪਾਲਿਆ, ਮੋਢੇ ਤੇ ਬਿਠਾ ਲਿਆ। ਤੇ ਕਿਉਂਕਿ ਗੁਰਮੁਖੋ ਜਿਸ ਦੀ ਗੁਰੂ ਨੇ ਜਾਮਨੀ ਦਿੱਤੀ, ਸਤਿਗੁਰੂ ਜੀ ਕਹਿਣ ਲੱਗੇ ਇੱਕ ਹਿਸਾਬ ਬਾਕੀ ਸੀ। ਇਸ ਤਿੱਤਰ ਨੇ
ਜੋ ਪੈਸੇ ਖਾਦੇ ਸਨ, ਮੈਂ ਇਸ ਦੇ ਕਰਮ ਰੁਕੇ ਹੋਏ ਸਨ, ਇਸ ਦੇ ਕਰਮ ਖੋਲ ਦਿੱਤੇ, ਤਿੱਤਰ ਜੂਨ ਵਿੱਚੋਂ ਮੁਕਤ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਬਾਣੀ ਦਾ ਹਿਸਾਬ ਬਾਕੀ ਸੀ। ਸਤਿਗੁਰਾਂ ਨੇ ਜੋ ਜਾਮਣੀ ਦਿੱਤੀ ਸੀ, ਸਤਿਗੁਰਾਂ ਨੇ ਉਹ ਜਾਮਣੀ ਪੂਰੀ ਕਰਵਾਈ ਤੇ ਗੁਰਮੁਖੋ ਅੱਜ ਉਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਾਮਣੀ ਸਾਹਿਬ। ਸਤਿਗੁਰੂ ਜੀ ਕਹਿ ਸਾਨੂੰ ਬਾਣੀ ਦੁਆਰਾ ਸਮਝਾ ਰਹੇ ਨੇ, ਇਹ ਬੰਦੇ ਧੋਖਾ ਕਰੇਗਾ ਚੇਤਾ ਰੱਖੀ, ਇੱਕ ਦਿਨ ਭੁਗਤਣਾ ਪਵੇਗਾ, ਇਸ ਜਨਮ ਵਿੱਚ ਨਹੀਂ ਤੇ ਅੱਗੇ ਜਾ ਕੇ। ਸਾਹਿਬ ਕਹਿ ਰਹੇ ਹਨ ਮਤਾ ਕਿਤੇ ਸਮਝੀ, ਮੈਂ ਕਿਸੇ ਦਾ ਖਾ ਕੇ ਕਿਸੇ ਦੇ ਨਾਲ ਧੋਖਾ ਕਰਕੇ ਬਚ ਜਾਵਾਂਗਾ, ਬਚ ਨਹੀਂ ਸਕੇਗਾ, ਇਹ ਅੱਗੇ ਆਵੇਗਾ, ਇਹ ਸਾਹਮਣੇ ਆਵੇਗਾ, ਇਹ ਤੈਨੂੰ ਭਰਨਾ ਪਵੇਗਾ। ਇਸ ਲਈ ਸਤਿਗੁਰੂ ਜੀ ਕਹਿ ਰਹੇ ਹਨ ਚੁਤਰਾਈਆਂ ਗੁਰੂ ਕੇ ਦਰ ਤੇ ਨਹੀਂ ਚਲਦੀਆਂ, ਚੁਤਰਾਈਆਂ ਸਿਆਣਪਾਂ ਕਿਤੇ ਕੰਮ ਨਾ ਆਈਆਂ। ਅੱਜ ਗੁਰਮੁਖੋ ਧਰਮ ਦੇ ਨਾਂ ਤੇ ਵੀ ਠੱਗੀਆਂ ਵੱਜ ਰਹੀਆਂ ਨੇ, ਅੱਜ ਧਾਰਮਿਕ ਪਹਿਰਾਵਿਆਂ ਦੇ ਵਿੱਚ ਵੀ ਠੱਗੀਆਂ ਵੱਜ ਰਹੀਆਂ ਨੇ। ਸਤਿਗੁਰੂ ਜੀ ਕਹਿ ਰਹੇ ਹਨ ਚੇਤਾ ਰੱਖਿਓ, ਸੰਸਾਰ ਅੰਦਰ ਦੁਨੀਆ ਦੀਆਂ ਅੱਖਾਂ ਵਿੱਚ ਭਰਮ ਪਾ ਸਕਦਾ ਹੈ, ਭੁਲੇਖਾ ਪਾ ਸਕਦਾ ਹੈ, ਘੱਟਾ ਪਾ ਸਕਦਾ ਹੈ, ਪਰ ਰੱਬ ਜੀ ਦੀ ਦਰਗਾਹ ਵਿੱਚ ਬਖਸ਼ਿਆ ਕੋਈ ਨਹੀਂ ਜਾਵੇਗਾ। ਅਕਾਲ ਪੁਰਖ ਜੀ ਦੀ ਦਰਗਾਹ ਦੇ ਵਿੱਚ ਸਜ਼ਾ ਮਿਲੇਗੀ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਸਾਹਿਬ ਕਹਿ ਰਹੇ ਹਨ ਦੋਸ਼ ਲਗਾਇਆ ਜਾਵੇਗਾ ਸੰਸਾਰ ਤੇ ਧੋਖੇ ਕਰਦਾ ਰਿਹਾ, ਦੋਸ਼ ਲਗਾਇਆ ਜਾਵੇਗਾ ਸੰਸਾਰ ਤੇ ਨਿੰਦਿਆ ਚੁਗਲੀ ਕਰਦਾ ਰਿਹਾ, ਦੋਸ਼ ਲਗਾਇਆ ਜਾਵੇਗਾ ਸੰਸਾਰ ਤੇ ਗਰੀਬਾਂ ਦਾ ਹੱਕ ਖਾਂਦਾ ਰਿਹਾ। ਤੇ ਸਾਹਿਬ ਕਹਿ ਰਹੇ ਹਨ ਚੇਤਾ ਰੱਖੀ ਬਖਸ਼ਿਆ ਨਹੀਂ ਜਾਵੇਗਾ, ਇੱਕ ਦਿਨ ਰੱਬ ਜੀ ਦੀ ਦਰਗਾਹ ਦੇ ਵਿੱਚ ਦੋਸ਼ੀ ਕਰਾਰ ਕਰਕੇ ਸਜ਼ਾ ਦਿੱਤੀ ਜਾਵੇਗੀ। ਇਸ ਲਈ ਬੈ ਖਰੀਦ ਕਿਆ ਕਰੇ ਚਤੁਰਾਈ, ਰੱਬ ਜੀ ਮੈਂ ਤੇਰੇ ਨਾਲ ਚਤੁਰਾਈਆਂ ਨਹੀਂ ਕਰ ਸਕਦਾ, ਇਹ ਜਿਉ ਪਿੰਡ ਸਭ ਤਾਰੇ ਥਾਰੇ, ਇਹ ਜਿੰਦ ਵੀ ਤੇਰੀ ਦਿੱਤੀ ਹੈ, ਸਰੀਰ ਵੀ ਤੇਰਾ ਦਿੱਤਾ ਹੈ, ਮੈਂ ਤੇਰਾ ਸੇਵਕ ਹਾਂ, ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੇ ਸੰਖੇਪ ਜੀ ਕੇਵਲ 3 ਪੰਕਤੀਆਂ ਦੇ ਵਿਚਾਰ ਗੁਰੂ ਰਹਿਮਤ ਸਦਕਾ ਆਪ ਸਰਬੱਤ ਸੰਗਤਾਂ ਦੇ ਨਾਲ ਸਾਂਝੀ ਕੀਤੀ। ਪਾਤਸ਼ਾਹ ਜੀ ਵਿਚਾਰਾਂ ਕਰਨ ਦੀ, ਬਾਣੀ ਪੜ੍ਹਨ ਦੀ, ਸੇਵਾ ਕਰਨ ਦੀ ਸੋਝੀ ਸਮਤ ਦੇਣ, ਹੋਈਆਂ ਭੁੱਲਾਂ ਦੀ ਖਿਮਾ। ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਆਪ ਜੁੜੋ, ਆਪਣੇ ਬੱਚਿਆਂ ਸੰਗੀਆਂ ਸਾਥੀਆਂ ਨੂੰ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੋੜੋ ਜੀ, ਤਾਂ ਕਿ ਮਾੜੀ ਇੱਕ ਸੰਗਤ ਤੋਂ ਬਚ ਕੇ ਗੁਰੂ ਕੀ ਸੰਗਤ ਕਰਕੇ ਗੁਰੂ ਗੁਰੂ ਜਪ